अस्सलाम वालेकुम जी, सब दा वाम वेलकम मेरे चैनल ते। एक होर सवाल आया सी बाई दा कि ਉਹਨਾਂ ਨੇ ਆਪਣੇ ਕਾਰਡ ਪੇਪਰ ਰਿਨਿਊ ਕਰਵਾਉਣੇ ਨੇ ਔਰ ਪੁੱਛਦੇ ਸੀ ਕਿ ਅਸੀਂ ਜਿਹੜੇ ਲੋਕ ਅਸੀਂ ਫੈਮਿਲੀ ਬੁਲਾਉਂਦੇ ਹਾਂ ਪਾਕਿਸਤਾਨ ਤੋਂ, ਸਾਡੇ ਲੋਕ ਇੱਥੇ ਨਾਲ ਰਹਿੰਦੇ ਹੁੰਦੇ ਨੇ, ਉਹਨਾਂ ਦਾ ਕਹਿ ਰਹੇ ਕਿ ਕੰਟਰੈਕਟ ਨਹੀਂ ਚੱਲ ਰਿਹਾ, ਮਿਸਿਸ ਦਾ ਕੰਟਰੈਕਟ ਬੀਵੀ ਦਾ ਨਹੀਂ ਚੱਲਦਾ ਪਿਆ ਤੇ ਉਹ ਪੇਪਰ ਰਿਨਿਊ ਕਰਾਉਣਾ ਚਾਹ ਰਹੇ ਨੇ। ਉਹ ਪੁੱਛ ਰਹੇ ਨੇ ਕਿ ਕਿਆ ਉਹਨਾਂ ਦਾ ਹਾਲਤਾ ਚੱਲਣਾ ਚਾਹੀਦਾ ਰਿਨਿਊ ਵਾਸਤੇ ਹੈ। ਮੈਂ ਛੋਟੀ ਜਿਹੀ ਸ਼ਾਰਟ ਚ ਡਿਟੇਲ ਦੀ ਵੀਡੀਓ ਬਣਾਵਾਂਗਾ ਇਸ 'ਤੇ ਤਾਂ ਕਿ ਤੁਹਾਨੂੰ ਸਮਝ ਆਏ ਕਿ ਬੇਸਿਕ ਰਿਕੁਆਇਰਮੈਂਟ ਕੀ ਹੁੰਦੀ ਹੈ। ਜਦੋਂ ਕੋਈ ਵੀ ਬੰਦਾ ਸਪੇਨ ਫੈਮਿਲੀ ਵੀਜ਼ਾ 'ਤੇ ਆਉਂਦਾ ਹੈ, ਹਾਂ ਬੀਵੀ ਆਈ ਹੈ, ਹਸਬੈਂਡ ਉਹਦੇ ਮੀਆਂ ਨੇ ਬੁਲਾਇਆ ਜਾਂ ਉਹਦੇ ਘਰ ਵਾਲਾ ਆਇਆ, ਬੀਵੀ ਨੇ ਬੁਲਾਇਆ, ਠੀਕ ਹੈ ਜੀ। ਹੁਣ ਜਿਹੜਾ ਬੰਦੇ ਨੇ ਬੁਲਾਇਆ ਨਾ, ਜਿਹੜਾ ਬੰਦਾ ਪਹਿਲੇ ਸਪੇਨ 'ਚ ਸੀ, ਹਾਂ ਉਹ ਮੀਆਂ ਸੀ, ਹਾਂ ਉਹ ਬੀਵੀ ਸੀ, ਠੀਕ ਹੈ। ਕਿਉਂਕਿ ਮੈਂ ਨਾਰਮਲੀ ਇਸ ਗੱਲ ਕਰ ਰਿਹਾ ਕਿ ਕਈਆਂ ਸਾਡੀਆਂ ਬੀਬੀਆਂ ਆਪਣੇ ਘਰ ਵਾਲੇ ਨੂੰ ਬੁਲਾਉਂਦੀਆਂ ਨੇ ਔਰ ਬਾਹਰ ਵਿੱਚ ਸਾਡੇ ਉਹ ਜਿਹੜੇ ਮੀਆਂ ਹਜ਼ਰਾਤ ਆਉਂਦੇ ਨੇ ਨਾ, ਉਹ ਇਸ ਵਹਿਮ 'ਚ ਹੁੰਦੇ ਨੇ ਕਿ ਕਿਉਂਕਿ ਮੈਂ ਕੰਮ ਪਾ ਕਰਨਾ, ਇਹ ਕੰਮ ਘਰ ਬੈਠੀ ਮੈਂ ਕੰਮ ਪਾ ਕਰਨਾ, ਮੇਰੇ ਪੇਪਰ ਮੇਰੇ ਕੰਮ ਦੀ ਹੀ ਬੇਸ 'ਤੇ ਰਿਨਿਊ ਹੋ ਜਾਣਗੇ। ਇਹ ਬਹੁਤ ਵੱਡੀ ਮਿੱਥ ਹੈ ਜਿਹੜੇ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈ। ਨਾਰਮਲ ਤੌਰ 'ਤੇ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜਦੋਂ ਕੋਈ ਵੀ ਮੀਆਂ ਬੀਵੀ ਨੇ ਕੋਈ ਵੀ ਬੰਦਾ ਆਪਣੀ ਬੀਵੀ ਨੂੰ ਬੁਲਾਉਂਦਾ ਹੈ ਜਾਂ ਬੀਵੀ ਆਪਣੇ ਮੀਆਂ ਨੂੰ ਬੁਲਾਉਂਦੀ ਹੈ, ਉਹ ਡਿਪੈਂਡੈਂਟ ਹੁੰਦੇ ਨੇ ਉਸ ਬੰਦੇ 'ਤੇ ਜਿਸ ਨੇ ਉਹਨਾਂ ਨੂੰ ਬੁਲਾਇਆ। ਉਹ ਇਸ ਵਾਸਤੇ ਜਦੋਂ ਵੀ ਕੱਲ੍ਹ ਨੂੰ ਪੇਪਰ ਰਿਨਿਊ ਹੋਣਗੇ ਉਹ ਉਸ ਬੰਦੇ ਦੀ ਬੇਸ 'ਤੇ ਹੋਣਗੇ, ਠੀਕ ਹੋ ਗਿਆ ਜੀ। ਅਗਰ ਇੱਕ ਮੀਆਂ ਨੇ ਆਪਣੀ ਬੀਵੀ ਨੂੰ ਬੁਲਾਇਆ ਔਰ ਆ ਕੇ ਫਰਜ਼ ਕਰੋ ਉਹਦੇ ਕੋਲ ਕੋਈ 2 ਸਾਲ ਦਾ ਕਾਰਡ ਸੀ ਜਾਂ ਸਾਲ ਡੇਢ ਉਹਦੇ ਕਾਰਡ ਦੀ ਐਕਸਪਾਇਰੀ ਰਹਿੰਦੀ ਸੀ, ਉਹ ਖ਼ਤਮ ਹੋ ਗਈ ਹੈ, ਹੁਣ ਉਹਨੂੰ ਪੇਪਰ ਰਿਨਿਊ ਕਰਾਉਣੇ ਨੇ ਔਰ ਉਹਨਾਂ ਨੂੰ 5 ਸਾਲ ਇੱਥੇ ਨਹੀਂ ਹੋਏ ਰਹਿੰਦਿਆਂ, ਅਤੇ ਫਿਰ ਇਹ ਹੋਵੇਗਾ ਕਿ ਉਹ ਸੇਮ ਰਿਕੁਆਇਰਮੈਂਟ ਮੰਗਣਗੇ ਕਿ ਭਾਈ ਬੰਦਾ ਕੰਮ ਕਰਦਾ ਪਿਆ ਹੋਵੇ, ਉਹਦੇ ਕੋਲ ਮਕਾਨ ਦੇ ਇਨਫੋਰਮੇਟ ਠੀਕ ਹੋਣ। ਅਗਰ ਮਕਾਨ ਬਦਲਿਆ ਅਤੇ ਅਗਰ ਉਸੇ ਮਕਾਨ 'ਚ ਰਹਿੰਦੇ ਪਏ ਜਿਹਦੇ 'ਤੇ ਪਹਿਲੇ ਰਹਿੰਦੇ ਪਏ, ਫਿਰ ਕੁਝ ਵੀ ਨਹੀਂ ਚਾਹੀਦਾ, ਬਸ ਮਕਾਨ ਦੇ ਕੰਟਰੈਕਟ ਦੀ ਕਾਪੀ ਲੱਗ ਜਾਂਦੀ ਹੈ। ਅਗਰ ਨਵਾਂ ਮਕਾਨ ਹੈ ਅਤੇ ਕੰਟਰੈਕਟ ਨਾਲ ਉਹਦੇ ਇਨਫੋਰਮੇਟ ਵੀ ਚਾਹੀਦੇ ਨੇ, ਮਕਾਨ ਪਾਸ ਵੀ ਚਾਹੀਦਾ ਹੈ, ਠੀਕ ਹੈ ਜੀ। ਔਰ ਤੁਸੀਂ ਕਹੋ ਬੀਵੀ ਕੰਮ ਵੀ ਕਰਦੀ, ਹੈਲਪ ਆਊਟ ਹੋ ਜਾਏਗੀ, ਨਹੀਂ ਉਸ 'ਤੇ ਕੋਈ ਨਹੀਂ ਹੁੰਦਾ ਹੈ ਉਹ, ਕਿਉਂਕਿ ਮੀਆਂ 'ਤੇ ਡਿਪੈਂਡੈਂਟ ਕਰਦੀ ਹੈ, ਕਿਉਂਕਿ ਡਿਪੈਂਡੈਂਟ ਹੈ ਨਾ, ਇੰਡੀਪੈਂਡੈਂਟ ਤਾਂ ਨਹੀਂ ਹੈ ਨਾ, ਡਿਪੈਂਡੈਂਟ ਹੈ। ਔਰ ਫਿਰ ਉਹ ਜਿਸ ਬੰਦੇ ਨੇ ਬੁਲਾਇਆ ਹੈ ਉਸ 'ਤੇ ਹੀ ਕੰਟਰੈਕਟ 'ਤੇ ਉਹਨਾਂ ਦੇ ਪੇਪਰ ਰਿਨਿਊ ਹੋਣਗੇ, ਠੀਕ ਹੈ ਜੀ। ਹੁਣ ਕਈ ਅੱਜ ਕੱਲ੍ਹ ਮੈਂ ਮਸਾਇਲ ਬੰਦਿਆਂ ਦੇ ਸੁਣਨਾ ਕਿ ਲੋਕ ਆ ਕੇ ਫਰਜ਼ ਕਰੋ ਹਸਬੈਂਡ ਕੋਲ 5 ਸਾਲ ਦਾ ਕਾਰਡ ਸੀ, ਜਦੋਂ ਬੀਵੀ ਆਈ ਉਹਦੇ ਕੋਲ 1 ਸਾਲ ਨਿਕਲ ਗਿਆ, 4 ਸਾਲ ਦਾ ਰਹਿ ਗਿਆ, ਬੀਵੀ ਨੂੰ ਆ ਕੇ 4 ਸਾਲ ਦਾ ਮਿਲ ਗਿਆ। ਉਹ ਹੁਣ ਸਮਝਦੀਆਂ ਨੇ ਕਿ ਅਗਰ ਉਹਨਾਂ ਦਾ ਕੋਈ ਇਸ਼ੂ ਬਣਿਆ ਹੈ ਅਤੇ ਇਹ ਮੇਰਾ ਕਾਰਡ ਹੁਣ 4 ਸਾਲ ਤੱਕ ਵੈਲਿਡ ਰਹੇਗਾ। ਬੇਸ਼ੱਕ ਵੈਲਿਡ ਰਹੇਗਾ, ਲੇਕਿਨ ਅਗਰ ਹਸਬੈਂਡ ਨੇ ਰਜਿਸਟ੍ਰੇਸ਼ਨ ਕਰਾ ਦਿੱਤੀ ਹੈ ਜਾ ਕੇ ਕਿ ਸਾਡੀ ਡਿਵੋਰਸ ਹੋ ਗਈ ਹੈ, ਸੈਪਰੇਸ਼ਨ ਹੋ ਗਈ ਹੈ, ਅਤੇ ਉਸ ਦਿਨ ਉਹਨਾਂ ਦਾ ਕਾਨੂੰਨੀ ਤੌਰ 'ਤੇ ਕਾਰਡ ਮੁੱਕ ਜਾਂਦਾ ਔਰ ਉਸ ਤੋਂ ਬਾਅਦ ਐਕਸਨਹੇਰੀਆ ਉਹਨਾਂ ਨੂੰ ਟਾਈਮ ਦਿੰਦੀ ਹੈ ਕਿ ਤੁਸੀਂ ਆਪਣਾ ਕਾਰਡ ਚੇਂਜ ਕਰਾ ਲਓ। ਅਗਰ ਤੁਸੀਂ ਹਸਬੈਂਡ ਨਾਲ 2 ਸਾਲ ਇਕੱਠੇ ਰਹੇ ਹੋ ਫਿਰ ਤਾਂ ਇੰਡੀਪੈਂਡੈਂਟ ਕਾਰਡ ਵਾਸਤੇ ਉਸਦੀ ਰਿਕੁਆਇਰਮੈਂਟ ਨੂੰ ਚੇਂਜ ਕਰਾਓਗੇ, ਨਹੀਂ ਕਿ ਤੁਸੀਂ ਉਸ ਦਿਨ ਤੋਂ ਇਲੀਗਲ ਹੋ ਜਾਓਗੇ। ਜਦੋਂ ਵੀ ਤੁਸੀਂ ਐਕਸਨਹੇਰੀਆ ਕੱਲ੍ਹ ਨੂੰ ਪੇਪਰ ਚੇਂਜ ਕਰਾਉਣ ਜਾਣਾ ਅਤੇ ਉਹਨਾਂ ਨੇ ਕਹਿਣਾ ਕਿ ਤੁਹਾਡੇ ਪੇਪਰ ਚੇਂਜ ਹੁਣ ਹੋ ਹੀ ਨਹੀਂ ਸਕਦੇ, ਕਿਉਂਕਿ ਜਿਸ ਬੇਸ 'ਤੇ ਤੁਸੀਂ ਆਏ ਹੋ ਤੁਸੀਂ ਹਸਬੈਂਡ ਦੀ ਬੇਸ ਹੋ ਨਾ, ਉਸ ਬੰਦੇ ਨੇ ਹੀ ਰਿਨਿਊ ਕਰਾਣੇ ਨੇ ਹੈ, ਜਿਹਨੇ ਤੁਹਾਨੂੰ ਬੁਲਾਇਆ ਉਸ ਦਾ ਹੀ ਕੰਟਰੈਕਟ ਚੱਲੇਗਾ। ਬੀਵੀ ਕੰਮ ਕਰੇ ਨਾ ਕਰੇ ਨਥਿੰਗ ਇੰਪੋਰਟੈਂਟ ਹੈ, ਉਹ ਕੋਈ ਇਸ਼ੂ ਨਹੀਂ ਹੁੰਦਾ ਹੈ। ਬਹੁਤ ਸ਼ੁਕਰੀਆ, ਜਜ਼ਾਕ ਅੱਲਾ।